ਵੈਲਕਮ ਟੂ ਮਾਈ ਬਾਇਓਲੋਜੀ ਕਲਾਸ। ਅਸੀਂ ਆਪਣੇ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਯੂਨਿਟ 1 ਕੀਤਾ ਸੀਗਾ, ਜਿਹਦੇ ਵਿੱਚ ਅਸੀਂ 4 ਚੈਪਟਰਸ ਕੀਤੇ ਸੀਗੇ ਅਬਾਊਟ ਦ ਰੀਪਰੋਡਕਸ਼ਨ ਐਂਡ ਸੈਕਸੁਅਲ ਰੀਪਰੋਡਕਸ਼ਨ, ਰੀਪਰੋਡਕਟਿਵ ਹੈਲਥ ਬਾਰੇ। ਹੁਣ ਅਸੀਂ ਆਪਣਾ ਸੈਕੰਡ ਯੂਨਿਟ ਜਿਹੜਾ ਹੈਗਾ ਆ ਉਹ ਸਟਾਰਟ ਕਰਨ ਜਾ ਰਹੇ ਹਾਂ, ਤੇ ਉਹ ਸੈਕੰਡ ਯੂਨਿਟ ਦਾ ਜਿਹੜਾ ਅਸੀਂ ਪਹਿਲਾ ਚੈਪਟਰ ਹੈਗਾ ਆ ਪ੍ਰਿੰਸੀਪਲਸ ਆਫ ਇਨਹੈਰੀਟੈਂਸ ਐਂਡ ਵੇਰੀਏਸ਼ਨ, ਉਹਦੇ ਬਾਰੇ ਅਸੀਂ ਅੱਜ ਡਿਸਕਸ ਕਰਾਂਗੇ। So students, have you ever wondered why elephant always give birth to only a baby elephant and not some other animal? ਤੇ ਇਸੇ ਤਰ੍ਹਾਂ ਹੀ ਮੈਂਗੋ ਸੀਡ ਜਿਹੜਾ ਹੈਗਾ ਆ ਉਹਦੇ ਤੋਂ ਹਮੇਸ਼ਾ ਮੈਂਗੋ ਪਲਾਂਟ ਹੀ ਬਣਦਾ ਆ, ਕੋਈ ਹੋਰ ਪਲਾਂਟ ਕਿਉਂ ਨਹੀਂ ਬਣਦਾ? ਤੇ ਆਰ ਦਾ ਆਫਸਪ੍ਰਿੰਗਸ ਆਇਡੈਂਟੀਕਲ ਟੂ ਦਾ ਪੇਰੈਂਟਸ? ਜਿਹੜੇ ਆਫਸਪ੍ਰਿੰਗਸ ਜਾਂ ਯੰਗ ਵਨ ਪ੍ਰੋਡਿਊਸ ਹੁੰਦੇ ਆ ਕੀ ਉਹ ਬਿਲਕੁਲ ਆਇਡੈਂਟੀਕਲ ਹੁੰਦੇ ਆ, ਆਪਣੇ ਪੇਰੈਂਟਸ ਦੀ ਕਾਪੀ ਹੁੰਦੇ ਆ, ਜਾਂ do they show difference in some of their characteristics? ਜਾਂ ਉਹ ਆਪਣੇ ਕੋਈ characteristics ਵਿੱਚ ਕੁਝ difference ਜਿਹੜੀ ਉਹ show ਕਰਦੇ ਹੈਗੇ ਆ? ਕੀ ਤੁਹਾਨੂੰ ਕਦੇ ਹੈਰਾਨੀ ਹੁੰਦੀ ਹੈਗੀ ਆ ਕਿ ਕਿਉਂ ਜਿਹੜੇ siblings ਹੈਗੇ ਆ they look so similar to each other, ਕਿ ਉਹ ਬਿਲਕੁਲ ਇੱਕ ਦੂਸਰੇ ਦੇ ਵਾਂਗੂ ਕਿਉਂ ਦਿਖਾਈ ਦਿੰਦੇ ਆ, ਔਰ sometimes even so different, ਔਰ ਕਈ ਵਾਰ ਉਹ ਇੱਕ ਦੂਸਰੇ ਨਾਲੋਂ ਕਿਉਂ ਇੰਨੇ ਅਲੱਗ ਹੁੰਦੇ ਆ? ਇਹ ਕੁਝ ਕੁਐਸਚਨਸ ਹੈਗੀ ਆ ਜਿਨ੍ਹਾਂ ਦੇ ਜਵਾਬ ਸਾਨੂੰ ਬਾਇਓਲੋਜੀ ਦੀ ਇੱਕ ਬ੍ਰਾਂਚ ਹੈਗੀ ਆ ਜਿਹਦੇ ਕੋਲ ਸਾਡੇ ਇਹਨਾਂ ਸਾਰੇ ਕੁਐਸਚਨਸ ਦੇ ਜਵਾਬ ਹੈਗੇ ਆ, ਜਿਹਨੂੰ ਜੈਨੇਟਿਕਸ ਦੇ ਨਾਂ ਨਾਲ ਜਾਣਿਆ ਜਾਂਦਾ ਆ। ਸੋ ਜੈਨੇਟਿਕਸ ਜਿਹੜੀ ਹੈਗੀ ਆ ਇਟ ਡੀਲਸ ਵਿਦ ਦਾ ਇਨਹੈਰੀਟੈਂਸ ਐਜ਼ ਵੈਲ ਐਜ਼ ਵੇਰੀਏਸ਼ਨ ਆਫ ਕਰੈਕਟਰਸ ਫਰੋਮ ਪੇਰੈਂਟਸ ਟੂ ਆਫਸਪ੍ਰਿੰਗਸ। ਸੋ ਪਹਿਲਾਂ ਇਨਹੈਰੀਟੈਂਸ ਜਿਹੜੀ ਆ ਟਰਮ, ਉਹਦੀ ਡੈਫੀਨੇਸ਼ਨ ਕੀ ਹੈ? ਇਨਹੈਰੀਟੈਂਸ ਕੀ ਹੈ? ਇਟ ਇਜ਼ ਦਾ ਪ੍ਰੋਸੈਸ ਬਾਈ ਵਿਚ ਕਰੈਕਟਰਸ ਆਰ ਪਾਸਡ ਔਨ ਫਰੋਮ ਪੇਰੈਂਟਸ ਟੂ ਪ੍ਰੋਜਨੀ। ਇਨਹੈਰੀਟੈਂਸ ਉਹ ਪ੍ਰੋਸੈਸ ਹੈ, ਉਹ ਕਿਰਿਆ ਜਿਹਦੇ ਨਾਲ ਪੇਰੈਂਟਸ ਜਿਹੜੇ ਹੈਗੇ ਆ ਉਹਦੇ ਤੋਂ ਕਰੈਕਟਰਸ ਜਿਹੜੇ ਹੈਗੇ ਆ ਉਹ ਪਾਸ ਔਨ ਹੁੰਦੇ ਹੈਗੇ ਆ ਟੂ ਪ੍ਰੋਜਨੀ, ਯੰਗ ਵਨਸ ਦੇ ਵਿੱਚ ਪਾਸ ਔਨ ਹੁੰਦੇ ਆ। ਐਂਡ ਇਨਹੈਰੀਟੈਂਸ ਜਿਹੜੀ ਹੈ ਇਟ ਇਜ਼ ਦਾ ਬੇਸਿਸ ਆਫ ਹੈਰੀਡਿਟੀ। ਨੈਕਸਟ ਟਰਮ ਹੈਗੀ ਆ ਵੇਰੀਏਸ਼ਨ। ਵੇਰੀਏਸ਼ਨ ਕੀ ਹੈ? ਵੇਰੀਏਸ਼ਨ ਇਜ਼ ਦਾ ਡਿਗਰੀ ਬਾਈ ਵਿਚ ਪ੍ਰੋਜਨੀ ਡਿਫਰ ਫਰੋਮ देयर ਪੇਰੈਂਟਸ। ਵੇਰੀਏਸ਼ਨ ਕੀ ਹੈ? ਇਟ ਇਜ਼ ਦਾ ਡਿਗਰੀ ਬਾਈ ਵਿਚ ਪ੍ਰੋਜਨੀ ਔਰ ਯੰਗ ਵਨਸ ਜਿਹੜੇ ਉਹ ਆਪਣੇ ਪੇਰੈਂਟਸ ਤੋਂ ਡਿਫਰ ਕਰਦੇ ਆ। ਔਰ ਵੇਰੀਏਸ਼ਨ ਜਿਹੜੀ ਹੈਗੀ ਆ ਉਹਦਾ ਇੱਕ ਕਾਜ਼ ਕੀ ਹੈਗਾ? ਸੈਕਸੁਅਲ ਰੀਪਰੋਡਕਸ਼ਨ, ਜਿਹਦੇ ਬਾਰੇ ਅਸੀਂ ਪਹਿਲਾਂ ਡਿਸਕਸ ਵੀ ਕਰ ਚੁੱਕੇ ਹੈਗੇ ਆ ਕਿ ਸੈਕਸੁਅਲ ਰੀਪਰੋਡਕਸ਼ਨ ਕਰਕੇ ਹੀ ਵੇਰੀਏਸ਼ਨ ਜਿਹੜੀ ਹੈਗੀ ਹੈ ਉਹ ਆਉਂਦੀ ਹੈ। ਹੁਣ ਅਸੀਂ ਆਪਣਾ ਨੈਕਸਟ ਟੌਪਿਕ ਡਿਸਕਸ ਕਰਾਂਗੇ ਮੈਂਡਲਸ ਲਾਅ ਆਫ ਇਨਹੈਰੀਟੈਂਸ। ਗ੍ਰੈਗਰ ਮੈਂਡਲ ਜਿਹੜਾ ਸੀਗਾ ਸਾਇੰਟਿਸਟ, ਉਹਨੇ ਹਾਈਬ੍ਰਿਡਾਈਜੇਸ਼ਨ ਐਕਸਪੈਰੀਮੈਂਟਸ ਗਾਰਡਨ ਪੀ ਦੇ ਉੱਤੇ 7 ਸਾਲ ਦੇ ਲਈ ਉਹਨੇ ਹਾਈਬ੍ਰਿਡਾਈਜੇਸ਼ਨ ਐਕਸਪੈਰੀਮੈਂਟਸ ਕੀਤੇ ਫਰੋਮ 1856 ਟੂ 1863। 1856 ਤੋਂ ਲੈ ਕੇ 1863 ਤੱਕ 7 ਸਾਲ ਜਿਹੜਾ ਸੀਗਾ ਗ੍ਰੈਗਰ ਮੈਂਡਲ ਉਹਨੇ ਹਾਈਬ੍ਰਿਡਾਈਜੇਸ਼ਨ ਐਕਸਪੈਰੀਮੈਂਟਸ ਪਰਫਾਰਮ ਕੀਤੇ ਔਨ ਗਾਰਡਨ ਪੀ। ਔਰ ਉਹਨੇ ਸਾਨੂੰ ਜਿਹੜੇ ਲਿਵਿੰਗ ਆਰਗੇਨਿਜ਼ਮਸ ਹੈਗੇ ਉਹਨਾਂ ਦੇ ਲਾਜ਼ ਆਫ ਇਨਹੈਰੀਟੈਂਸ ਉਹਨੇ ਪ੍ਰਪੋਜ਼ ਕੀਤੇ। ਮੈਂਡਲ ਜਿਹੜਾ ਸੀਗਾ ਉਹਨੇ ਇਨਵੈਸਟੀਗੇਟਡ ਕੀਤੇ ਕਰੈਕਟਰਸ ਇਨ ਦਾ ਗਾਰਡਨ ਪੀ ਪਲਾਂਟ that were manifested as two opposing traits। ਜਿਵੇਂ ਫॉर ਐਗਜ਼ਾਮਪਲ ਉਹਨੇ ਟਾਲ ਔਰ ਡਵਾਰਫ ਪਲਾਂਟਸ ਲਈ ਆਪਣੇ ਐਕਸਪੈਰੀਮੈਂਟਸ ਦੇ ਵਿੱਚ ਜਾਂ ਯੈਲੋ ਔਰ ਗ੍ਰੀਨ ਸੀਡਸ ਲੈ ਕੇ ਫਿਰ ਉਹਨੇ ਆਪਣੇ ਹਾਈਬ੍ਰਿਡਾਈਜੇਸ਼ਨ ਐਕਸਪੈਰੀਮੈਂਟਸ ਜਿਹੜੇ ਸੀ ਉਹ ਪਰਫਾਰਮ ਕੀਤੇ। He conducted such artificial pollination or cross-pollination experiments using several true breeding pea lines। ਹੁਣ true breeding ਦਾ ਮਤਲਬ ਕੀ ਹੈਗਾ ਆ ਕਿ one that having undergone continuous self-pollination shows the stable trait inheritance and expression for several generations। Continuous self-pollination ਹੋਈ ਗਈ ਤਾਂ ਉਹਦੇ ਨਾਲ ਕੀ ਹੋਇਆ ਕਿ stable traits ਜਿਹੜੇ ਹੈਗੇ ਆ ਉਹ ਅੱਗੇ ਇਨਹੈਰਿਟਡ ਹੋ ਗਏ ਔਰ ਸੈਵਰਲ ਜਨਰੇਸ਼ਨਸ ਤੱਕ ਉਹੀ ਜਿਹੜੇ ਹੈਗੇ ਆ ਟ੍ਰੇਟਸ ਔਰ ਕਰੈਕਟਰਸ ਉਹ ਕੰਟੀਨਿਊ ਹੋਏ। ਮੈਂਡਲ ਜਿਹੜਾ ਸੀਗਾ ਉਹਨੇ ਸਿਲੈਕਟਡ 40 ਟਰੂ ਬਰੀਡਿੰਗ ਪੀ ਪਲਾਂਟ ਵੈਰਾਈਟੀਜ਼ ਉਹਨੇ ਸਿਲੈਕਟ ਕੀਤੀਆਂ ਐਜ਼ ਪੇਅਰਸ, ਔਰ ਸਮ ਆਫ ਦਾ ਕੰਟਰਾਸਟਿੰਗ ਟ੍ਰੇਟਸ ਜਿਹੜੇ ਉਹਨੇ ਸਟੱਡੀ ਕੀਤੇ ਮੈਂਡਲ ਨੇ ਉਹ ਕਿਹੜੇ ਸੀਗੇ? ਇਹ ਵਾਲੇ ਸੀਗੇ 7 ਕਰੈਕਟਰਸ, ਜਿਵੇਂ ਉਹਨੇ ਸਟੈਮ ਹਾਈਟ, flower color, flower position, pod shape, pod color, seed shape, seed color। ਹੁਣ ਇਹਨਾਂ ਦੇ ਜੇ ਅਸੀਂ stem height ਉਹਨੇ ਲਿਆ ਤਾਂ ਉਹਦੇ ਦੋ ਕੰਟਰਾਸਟਿੰਗ ਟ੍ਰੇਟਸ ਉਹਨੇ ਕਿਹੜੇ ਲਏ? tall plant and dwarf plant। flower color ਜੇ ਉਹਨੇ ਆਪਣੇ ਐਕਸਪੈਰੀਮੈਂਟਸ ਦੇ ਵਿੱਚ ਇਹਦੇ ਤੇ ਯੂਜ਼ ਕੀਤਾ ਤਾਂ ਉਹਨੇ violet ਔਰ ਵਾਈਟ ਕਲਰ ਦੇ ਫਲਾਵਰਸ ਲਏ।
फ्लावर पोजीशन विच उन्हें एक्सियल फ्लावर एंड टर्मिनल फ्लावर्स लैके अपने एक्सपेरिमेंट्स कंडक्ट किए। जे पॉड शेप की गल आई तो उन्हें इनफ्लेटेड एंड कॉन्स्ट्रिक्टेड पॉड्स जिहड़े हैगे आ वो यूज किए अपने एक्सपेरिमेंट्स विच। पॉड कलर दे विच उन्हें ग्रीन एंड येलो पॉड कलर जिहड़ा हैगा वो यूज किया एंड सीड शेप विच राउंड एंड रिंकल्ड सीड्स लैके अपने एक्सपेरिमेंट्स कंडक्ट किए एंड सीड कलर दे विच उन्हें येलो एंड ग्रीन कलर के जिहड़े सीड्स हैगे वो लैके अपने जिहड़े हाइब्रिडाइजेशन एक्सपेरिमेंट सीगे वो कंडक्ट किए। हुण मैंडल जिहड़ा सीगा उन्हें पी प्लांट यूज किया। पी प्लांट का बायोलॉजिकल नेम हैगा पाइसम सैटिवम। उन्हें पी प्लांट जिहड़ा सीगा वो अपने एक्सपेरिमेंट्स विच क्यों यूज किया, की रीजन सीगे पी प्लांट नूं यूज करन दे? ਉਹਦੇ कई रीजन सीगे। नंबर 1 सी कि इनू ईजी टू ग्रो करना ईजी सी इस प्लांट नूं। सैकेंड कैन बी सोन ईच ईयर, हर एक साल ये प्लांट उगाया जा सकता हैगा आ। थर्ड हैगा कि इस प्लांट के बाइसैक्सुअल फ्लावर्स होंदे हैं। बाइसैक्सुअल फ्लावर मीनस फ्लावर्स हैविंग बोथ मेल एंड फीमेल पार्ट। फोर्थ रीजन सी पी प्लांट नूं चूज करन दा कि यूजली ये प्लांट्स जिहड़े आ सैल्फ पॉलीनेट कर जाते हैं। फिफ्थ हैगा इस प्लांट का शॉर्ट लाइफ साइकिल है। सिक्स्थ हैगा प्रोड्यूसेस मैनी ऑफस्प्रिंग्स इन वन क्रॉस, एक क्रॉस दे विच ही कई ऑफस्प्रिंग्स यंग वंस प्रोड्यूस हो जाते हैं। सेवेंथ हैगा प्रेजेंस ऑफ ऑब्जर्वेबल ट्रेट्स विद कंट्रास्टिंग फॉर्म्स एंड एट्थ रीजन सीगा कि सेल्फ पॉलिनेशन जिहड़ी हैगी आ इट इज ईजी टू प्रिवेंट बाय कटिंग ऑफ द स्टेमन्स ऑफ द फ्लावर्स। जे सेल्फ पॉलिनेशन अवॉइड करनी हैगी आ तां स्टेमन्स जिहड़े आ उन्हां नूं फ्लावर्स दे विचों कट किया जा सकता आसानी दे नाल। ये 8 रीजन सीगे जिहदे करके मैंडल जिहड़ा सीगा उन्हें पी प्लांट यूज किया। हुण असीं अपना नैक्सट टॉपिक लवांगे इनहेरिटेंस ऑफ वन जीन। Our next topic is inheritance of one gene. इनहेरिटेंस ऑफ वन जीन जिहड़ा हैगा आ इस टॉपिक दे विच की हैगा आ कि टू स्टडी द इनहेरिटेंस ऑफ वन जीन मैंडल ने की किया, उन्हें टॉल एंड ड्वार्फ पी प्लांट्स जिहड़े सीगे उन्हां नूं क्रॉस किया। टॉल प्लांट और ड्वार्फ प्लांट ले उन्हें क्रॉसिंग करवाई और ओदे तो की होया कि जेड़े F1 प्रोजनी दे विच बने वो टॉल प्लांट से। फिर उस तो बाद उन्हें की किया कि F1 प्रोजनी दे टॉल प्लांट्स लैके उन्हां दी आपस दे विच सेल्फ पॉलिनेशन करवाई ते F2 प्रोजनी जिहड़ी सीगी ओदे विच जेड़े प्लांट्स हैगे है वो किहड़े-किहड़े मिले? टॉल, 3 टॉल प्लांट और 1 ड्वार्फ प्लांट। उन्हें किस तरह होया ये बारे असीं डिस्कस कर लेंदे हां कि मैंडल जिहड़ा सीगा उन्हें इनहेरिटेंस ऑफ वन जीन नूं स्टडी करन दे लई टॉल एंड ड्वार्फ पी प्लांट्स जिहड़े उन्हां नूं क्रॉस करवाया। ही कलैक्टेड द सीड्स प्रोड्यूस एज अ रिजल्ट ऑफ दिस क्रॉस and grow them to generate plants of the first hybrid generation, or this generation is also known as filial progeny or F1। ये वाला इनू जेडे टॉल और ड्वार्फ प्लांट की क्रॉसिंग दे नाल ओदे कोल F1 जनरेशन दे विच और फिलियल जनरेशन दे विच टॉल प्लांट्स जेडे हैगे आ वो आए। ही ऑब्जर्व दैट ऑल द जेडे F1 प्रोजनी प्लांट सीगे वो टॉल सीगे। टॉल से लाइक वन ऑफ द पेरेंट, क्योंकि एक पेरेंट टॉल हैगा ते F1 प्रोजनी दे विच जेडे प्लांट्स बने दे आर लाइक वन ऑफ द पेरेंट और F1 प्रोजनी दे विच टॉल प्लांट्स ही बने, नन ऑफ द ड्वार्फ। कोई भी प्लांट जिहड़ा सी वो ड्वार्फ नहीं बनया। ही मेड सिमिलर ऑब्जर्वेशंस फॉर द अदर पेयर ऑफ ट्रेट्स। जेडे 7 ट्रेट 7 करैक्टर्स लई इन्हां ने उसने फिर पहला तो हाइट लैके अपना ये इनहेरिटेंस ऑफ वन जीन वाला एक्सपेरीमेंट किया, फिर उन्हें बाकी दे ट्रेट्स दे विच भी यही वाला जिहड़ा सीगा ये सिमिलर ऑब्जर्वेशंस उन्हें देखियां। ही फाउंड दैट F1 ऑलवेज रिजेंबल्ड आइदर वन ऑफ द पेरेंट एंड दैट द ट्रेट ऑफ अदर पेरेंट वाज नॉट सीन इन देम।
ਉਹਨੇ ਦੇਖਿਆ ਕਿ F1 ਪ੍ਰੋਜਨੀ ਦੇ ਵਿੱਚ ਸਿਰਫ ਇੱਕ ਹੀ ਪੇਰੈਂਟ ਦਾ ਟ੍ਰੇਟ ਆਬਜ਼ਰਵ ਹੁੰਦਾ ਆ, ਦੂਸਰੇ ਜਿਹੜੇ ਪੇਰੈਂਟ ਦਾ ਟ੍ਰੇਟ ਹੈਗਾ ਉਹ F1 ਪ੍ਰੋਜਨੀ ਦੇ ਵਿੱਚ ਕਿਤੇ ਵੀ ਨਹੀਂ ਆਉਂਦਾ। ਫਿਰ ਉਸਨੇ ਕੀ ਕੀਤਾ ਕਿ ਜਿਹੜੇ F1 ਪ੍ਰੋਜਨੀ ਵਾਲੇ ਪਲਾਂਟਸ ਸੀਗੇ ਉਹਨਾਂ ਨੂੰ ਫਿਰ ਉਹਨੇ ਸੈਲਫ ਪੋਲੀਨੇਟਡ ਕੀਤਾ ਤੇ ਉਹਨੇ ਦੇਖਿਆ ਕਿ F1 ਜਿਹੜੀ F1 ਪ੍ਰੋਜਨੀ ਜਿਹੜੇ ਦੇ ਪਲਾਂਟਸ ਹੈ ਉਹਨਾਂ ਨੂੰ ਜਦੋਂ ਉਹਨੇ ਸੈਲਫ ਪੋਲੀਨੇਟ ਕੀਤਾ ਤਾਂ ਉਹਨੇ ਦੇਖਿਆ ਕਿ F2 ਦੇ ਜਨਰੇਸ਼ਨਸ ਦੇ ਵਿੱਚ ਕੁਝ ਆਫਸਪ੍ਰਿੰਗਸ ਜਿਹੜੇ ਸੀਗੇ ਉਹ ਡਵਾਰਫ ਸੀਗੇ, ਜਿਹੜਾ ਕਰੈਕਟਰ F1 ਜਨਰੇਸ਼ਨ ਦੇ ਵਿੱਚ ਕਿਤੇ ਵੀ ਐਕਸਪ੍ਰੈਸ ਨਹੀਂ ਹੋਇਆ, ਕਿਤੇ ਵੀ ਦਿਖਾਈ ਨਹੀਂ ਦਿੱਤਾ। The proportion of plants that were dwarf were 1/4 of the F2 plants while 3/4 of the F2 plants were tall। ਇਹ ਦੇਖੋ ਸਟੂਡੈਂਟਸ F2 ਜਿਹੜੀ ਹੈਗੀ ਆ ਜਨਰੇਸ਼ਨ ਉਹਦੇ ਵਿੱਚ 4 ਪਲਾਂਟਸ ਬਣੇ, ਉਹਨਾਂ ਦੇ ਵਿੱਚੋਂ ਜਿਹੜੇ 3 ਪਲਾਂਟਸ ਸੀਗੇ 3/4 ਪਲਾਂਟਸ ਜਿਹੜੇ ਟਾਲ ਸੀਗੇ ਤੇ 1/4 ਜਿਹੜਾ ਪਲਾਂਟ ਸੀਗਾ that were dwarf। ਤੇ ਇਹ ਜਿਹੜੇ ਟਾਲ ਔਰ ਡਵਾਰਫ ਜਿਹੜੇ ਟ੍ਰੇਟਸ ਬਣੇ F2 ਪ੍ਰੋਜਨੀ ਦੇ ਵਿੱਚ ਦੇ ਵਰ ਆਇਡੈਂਟੀਕਲ ਟੂ देयर ਪੈਰੈਂਟਲ ਟਾਈਪ। ਟਾਲ ਔਰ ਡਵਾਰਫ ਜਿਹੜੇ ਬਣੇ F2 ਪ੍ਰੋਜਨੀ ਦੇ ਵਿੱਚ ਉਹ ਬਿਲਕੁਲ ਆਪਣੇ ਪੇਰੈਂਟਸ ਵਰਗੇ ਹੀ ਬਿਲਕੁਲ ਸੇਮ ਸੀਗੇ, ਆਇਡੈਂਟੀਕਲ ਸੀਗੇ ਐਂਡ ਡਿਡ ਨਾਟ ਸ਼ੋ ਐਨੀ ਬਲੈਂਡਿੰਗ, ਕੋਈ ਵੀ ਬਲੈਂਡਿੰਗ ਕੋਈ ਮਿਕਸਿੰਗ ਨਹੀਂ ਸ਼ੋ ਕੀਤੀ। ਦੈਟ ਇਜ਼ ਆਲ ਦਾ ਆਫਸਪ੍ਰਿੰਗਸ ਜਿਹੜੇ ਸੀਗੇ ਦੇ ਵਰ ਆਈਦਰ ਟਾਲ F2 ਜਨਰੇਸ਼ਨ ਵਿੱਚ ਬਣੇ ਜਾਂ ਡਵਾਰਫ ਬਣੇ, none were of in between them। ਕੋਈ ਵੀ ਮਤਲਬ ਹਾਈਟ ਵਿੱਚ ਜਾਂ ਤਾਂ ਟਾਲ ਬਣੇ ਜਾਂ ਡਵਾਰਫ ਬਣੇ, ਕੋਈ ਵੀ ਜਿਹੜਾ ਸੀਗਾ ਇਨ ਬਿਟਵੀਨ ਹਾਈਟ ਦਾ ਨਹੀਂ ਬਣਿਆ। ਹੁਣ ਇਹ ਜਿਹੜਾ ਸਾਰਾ ਉਹਨੇ ਐਕਸਪੈਰੀਮੈਂਟ ਕੀਤਾ ਇਹਦੇ ਤੋਂ ਕੀ ਰਿਜ਼ਲਟ ਮਿਲੇ ਕਿ one of the parental traits was expressed in F1 ਜਨਰੇਸ਼ਨ ਵਿੱਚ ਸਿਰਫ ਇੱਕ ਪੈਰੈਂਟਲ ਟ੍ਰੇਟ ਜਿਹੜਾ ਸੀਗਾ ਉਹ ਐਕਸਪ੍ਰੈਸ ਹੋਇਆ। ਸੈਕੰਡ ਕੀ ਰਿਜ਼ਲਟ ਮਿਲਿਆ ਕਿ F2 ਜਨਰੇਸ਼ਨ ਜਿਹੜੇ ਸੀਗੇ ਉਹਦੇ ਵਿੱਚ ਦੋਨੋਂ ਟ੍ਰੇਟਸ ਐਕਸਪ੍ਰੈਸ ਹੋਏ ਇਨ ਦਾ ਰੇਸ਼ੋ 3:1 ਦੀ ਰੇਸ਼ੋ ਦੇ ਵਿੱਚ ਦੋਨੋਂ ਟ੍ਰੇਟਸ ਐਕਸਪ੍ਰੈਸ ਹੋਏ। ਐਂਡ ਥਰਡ ਸੀਗਾ ਕਿ the contrasting traits did not show any blending at either F1 or F2 state। ਦੇ ਸਟੇਜ ਦੇ ਵਿੱਚ ਕੋਈ ਵੀ ਬਲੈਂਡਿੰਗ ਨਹੀਂ ਸ਼ੋ ਹੋਈ। ਬਲੈਂਡਿੰਗ ਮੀਨਸ ਕੋਈ ਵੀ ਮਿਕਸਿੰਗ ਨਹੀਂ ਹੋਈ ਹੈ, ਕੋਈ ਵੀ ਇਨ ਬਿਟਵੀਨ ਜਿਹੜਾ ਕਰੈਕਟਰ ਹੈਗਾ ਉਹ ਸ਼ੋ ਨਹੀਂ ਹੋਇਆ। Similar results were obtained with the other traits that he studied। ਉਹਨੇ ਬਾਕੀ ਦੇ ਜਿਹੜੇ ਟ੍ਰੇਟਸ ਸੀਗੇ ਜਦੋਂ ਉਹਨੇ ਇਹਨਾਂ ਨੂੰ ਵੀ ਸਟੱਡੀ ਕੀਤਾ ਤਾਂ ਉਹਨੇ ਦੇਖਿਆ ਕਿ ਸੇਮ ਇਹੀ ਵਾਲੇ ਹੀ ਰਿਜ਼ਲਟ ਮਿਲੇ ਕਿ F1 ਜਨਰੇਸ਼ਨ ਦੇ ਵਿੱਚ ਜਿਹੜਾ ਹੈਗਾ ਆ ਹਾਈਬ੍ਰਿਡ ਬਣਿਆ ਹੈਗਾ ਆ ਉਹ ਇੱਕ ਪੈਰੈਂਟਲ ਕਰੈਕਟਰ ਨੂੰ ਹੀ ਸ਼ੋ ਕਰ ਰਿਹਾ ਹੈ ਔਰ F2 ਦੇ ਵਿੱਚ ਜਿਹੜੇ ਹੈਗੇ ਆ ਉਹ ਦੋਨੋਂ ਪੈਰੈਂਟਲ ਕਰੈਕਟਰਸ ਜਿਹੜੇ ਉਹ ਐਕਸਪ੍ਰੈਸ ਹੋ ਰਹੇ ਆ ਇਨ ਦਾ ਰੇਸ਼ੋ 3:1 ਰੇਸ਼ੋ ਦੇ ਵਿੱਚ। ਹੁਣ ਇਹਨਾਂ ਆਬਜ਼ਰਵੇਸ਼ਨਸ ਦੇ ਬੇਸ ਤੇ ਉਹਨੇ ਪ੍ਰਪੋਜ਼ ਕੀਤਾ ਕਿ ਕੋਈ ਚੀਜ਼ ਤਾਂ ਹੈਗੀ ਹੈ ਜਿਹੜੀ ਸਟੇਬਲੀ ਪਾਸ ਔਨ ਹੋ ਰਹੀ ਹੈਗੀ ਆ ਅਨਚੇਂਜਡ ਫਰੋਮ ਪੇਰੈਂਟ ਟੂ ਆਫਸਪ੍ਰਿੰਗਸ, ਬਿਨਾ ਚੇਂਜ ਹੋਏ ਕੋਈ ਚੀਜ਼ ਤਾਂ ਹੈ ਜਿਹੜੀ ਪੇਰੈਂਟਸ ਤੋਂ ਅੱਗੇ ਪ੍ਰੋਜਨੀ ਯੰਗ ਵਨਸ ਦੇ ਵਿੱਚ ਪਾਸ ਔਨ ਹੋ ਰਹੀ ਹੈ ਥਰੂ ਦਾ ਗੈਮੀਟਸ ਓਵਰ ਸਕਸੈਸਿਵ ਜਨਰੇਸ਼ਨਸ। ਤੇ ਫਿਰ ਮੈਂਡਲ ਜਿਹੜਾ ਆ ਉਹਨੇ ਉਹਨਾਂ ਥਿੰਗਸ ਨੂੰ ਕੀ ਨਾਮ ਦਿੱਤਾ, ਫੈਕਟਰਸ ਨਾਮ ਦਿੱਤਾ ਜਿਨ੍ਹਾਂ ਨੂੰ ਅਸੀਂ ਅੱਜ ਕੱਲ ਜੀਨਸ ਦੇ ਨਾਮ ਦੇ ਨਾਲ ਜਾਣਦੇ ਆ। ਸੋ ਜੀਨਸ ਕੀ ਹੈ ਸਟੂਡੈਂਟਸ? ਜੀਨਸ ਆਰ ਦਾ ਯੂਨਿਟ ਆਫ ਇਨਹੈਰੀਟੈਂਸ। और जीन्स की करदियां हैं they contain the information that is required to express a particular trait in an organism। जीन्स ਕਿਹੜੇ ਆ मतलब ਮੈਂਡਲ ਜਿਹੜਾ ਆ ਉਹਨੇ ਆਪਣੀ ਇਹਨਾਂ ਐਕਸਪੈਰੀਮੈਂਟਸ ਤੋਂ ਫਿਰ ਇਹ ਰਿਜ਼ਲਟ ਕੱਢਿਆ ਕਿ ਸਮਥਿੰਗ ਕੋਈ ਚੀਜ਼ ਤਾਂ ਹੈਗੀ ਆ ਜਿਹੜੀ ਪੇਰੈਂਟਸ ਤੋਂ ਅੱਗੇ ਪ੍ਰੋਜਨੀ ਦੇ ਵਿੱਚ ਪਾਸ ਔਨ ਹੋ ਰਹੀ ਹੈਗੀ ਆ ਬਿਨਾ ਚੇਂਜ ਹੋਏ ਓਵਰ ਸਕਸੈਸਿਵ ਜਨਰੇਸ਼ਨਸ। और उन्होंने थिंग्स ਨੂੰ ਉਹਨੇ ਫੈਕਟਰਸ ਦਾ ਨਾਮ ਦਿੱਤਾ ਜਿਹਨੂੰ ਅੱਜ ਕੱਲ ਅਸੀਂ ਜੀਨਸ ਦੇ ਨਾਮ ਨਾਲ ਜਾਣਦੇ ਹਾਂ। ਸੋ ਸਟੂਡੈਂਟਸ ਜੀਨਸ ਆਰ ਦਾ ਯੂਨਿਟ ਆਫ ਇਨਹੈਰੀਟੈਂਸ ਐਂਡ ਜੀਨਸ ਕੰਟੇਨ ਦਾ ਇਨਫੋਰਮੇਸ਼ਨ that is required to express a particular trait in an organism। ਜੀਨਸ ਜਿਹੜੀਆਂ ਆ ਜੀਨਸ ਵਿੱਚ ਕੋਡ ਫॉर a pair of contrasting traits। ਹੁਣ ਉਹਨੇ ਕੰਟਰਾਸਟਿੰਗ ਟ੍ਰੇਟਸ ਲਏ ਆ ਹਰ ਇੱਕ ਕਰੈਕਟਰ ਦੇ। ਹਾਈਟ ਦਾ ਕੰਟਰਾਸਟਿੰਗ ਟ੍ਰੇਟ ਟਾਲ ਡਵਾਰਫ ਲਿਆ ਆ, इसी तरह ही बाकी ਜਿਹੜੇ 7 ਉਹਨੇ ਕਰੈਕਟਰਸ ਲਏ ਉਹਨਾਂ ਦੇ ਹਰ ਇੱਕ ਦਾ ਕੰਟਰਾਸਟਿੰਗ ਟ੍ਰੇਟਸ ਲਏ ਆ। ਤੇ ਜਿਹੜੇ ਜੀਨਸ ਹੈਗੇ ਆ ਦੇ ਕੋਡ ਫॉर ਅ ਪੇਅਰ ਆਫ ਪਾਰਟਿਕੂਲਰ ਟ੍ਰੇਟਸ ਇਜ਼ ਨੋਨ ਐਜ਼ ਅਲੀਲਸ। ਹੁਣ ਅਲੀਲਸ ਕੀ ਹੈਗੇ ਆ ਸਟੂਡੈਂਟਸ? ਇੱਕ ਟਰਮ ਸਾਡੇ ਕੋਲ ਆਈ ਹੈਗੀ ਹੈ ਅਲੀਲਸ।
ਜਿਹੜੇ ਜੀਨਸ ਹੈਗੇ ਆ which code for a pair of contrasting traits is known as alleles. Alleles ਕੀ ਹੈਗੀ ਆ, they are slightly different form of same gene ਦੀਆਂ slightly different forms ਹੁੰਦੀਆਂ ਆ, ਉਹਨਾਂ ਨੂੰ alleles ਕਹਿੰਦੇ ਹੈਗੇ ਆ, and they are found at the same place in a chromosome ਦੇ same place ਤੇ present ਹੁੰਦੀਆਂ ਆ। stronger ਜਿਹੜੀ allele ਹੈਗੀ ਆ ਉਹਨੂੰ ਅਸੀਂ dominant ਕਹਿੰਦੇ ਆ, and it is always written in capital letter, and weaker allele ਜਿਹੜੀ ਹੈਗੀ ਆ it is said to be recessive and it is always written in a small letter। ਹੁਣ ਸਟੂਡੈਂਟਸ ਜਿਵੇਂ ਮੈਂ ਤੁਹਾਨੂੰ ਕਿ alleles ਕੀ ਹੈ, ਜਿੱਦਾਂ ਇਹ chromosomes ਹੈ, ਦੋ homologous chromosomes ਹੈਗੇ ਆ ਔਰ ਇਹਨਾਂ ਦੀ ਇਹ gene locus ਹੈ। gene locus means specific position on the chromosome, और ये alleles हैगे आ। जे असी हाइट की गल करिए ਤਾਂ ਇਹ कैपिटल T ਦੇ ਨਾਲ ਇਹ स्मॉल t, ਇਹ ਦੋਨों ਕੀ ਹੈਗੇ ਆ, स्मॉल t एंड कैपिटल T आर alleles of character height। ਜਿਹੜਾ T कैपिटल हैगा या वो शो कर रहा कि डोमिनेंट allele हैगी है, स्मॉल लेटर शोज कि इट इज रिसेसिव allele हैगी है, और alleles ਜਿਹੜੀਆਂ they are present at the gene locus। gene locus ਕੀ है, specific physical location of a gene on a chromosome। ਹੁਣ ਇਹ ਦੋ chromosomes ਹੈਗੇ ਆ, ਠੀਕ ਹੈ, और ये दो alleles ਹੈਗੀਆਂ ਆ। ਹੁਣ humans ਕੀ ਹੈ, they are diploid organisms because they have two alleles at each gene locus with one allele inherited from each parent। ਜਿਵੇਂ ਇਹ ਦੋ ਆ, ਇਹ dad ਤੋਂ ਆਇਆ chromosome, ਇਹ mom ਤੋਂ ਆਇਆ chromosome, ਠੀਕ ਹੈ, और humans ਕੀ ਹੈ, they are diploid organisms, और ਉਹਨਾਂ ਦੇ ਵਿੱਚ ਇਹ क्योंकि उन्होंने विच दो alleles होंदे हैगे आ at each gene locus with one allele inherited from each parent। Students, in inheritance of one gene ਅਸੀਂ ਇਹ डिस्कस ਕੀਤਾ ਸੀਗਾ कि parents tall and dwarf हैगे F1 generation ਵਿੱਚ tall character express ਹੋਇਆ ਹੈਗਾ, ਜਾਂ ਫਿਰ ਜਦੋਂ F1 generation ਵਾਲੇ ਜਿਹੜੇ hybrids ਹੈ ਉਹਨਾਂ ਦੀ ਸੈਲਫਿੰਗ ਕਰਵਾਈ ਗਈ ਤਾਂ F2 generations ਦੇ ਵਿੱਚ 3/4 ਜਿਹੜੇ ਸੀਗੇ ਉਹ ਟॉल ਪਲਾਂਟਸ ਬਣੇ, ਔਰ ਇੱਕ ਜਿਹੜਾ ਕਰੈਕਟਰ ਹੈਗਾ ਆ ਉਹ ਪੇਰੈਂਟ ਵਾਲਾ ਐਕਸਪ੍ਰੈਸ ਹੋਇਆ ਜਿਹੜਾ ਕਿ F1 ਜਨਰੇਸ਼ਨ ਦੇ ਵਿੱਚ ਐਕਸਪ੍ਰੈਸ ਨਹੀਂ ਹੋਇਆ ਸੀ, ਯਾਨੀ ਕਿ 3/4 ਟॉल ਪਲਾਂਟਸ ਬਣੇ ਤੇ ਇੱਕ ਡਵਾਰਫ ਪਲਾਂਟਸ ਬਣਿਆ। ਹੁਣ ਸਟੂਡੈਂਟਸ ਜੇ ਅਸੀਂ ਇਫ ਵੀ ਯੂਜ਼ ਐਲਫਾਬੈਟਿਕਲ ਸਿੰਬਲਸ ਫॉर ਈਚ ਜੀਨ, ਫਿਰ ਜਿਹੜਾ ਕੈਪੀਟਲ ਲੈਟਰ ਹੈਗਾ ਆ ਇਟ ਇਜ਼ ਯੂਜ਼ਡ ਫॉर द trait expressed at the F1 stage and the small alphabet for the other trait। ਜਿਵੇਂ in case of character of height ਅਸੀਂ height ਜਿਹੜਾ character ਲਿਆ ਹੈਗਾ ਆ ਤਾਂ ਜਿਹੜਾ T ਹੈਗਾ ਆ that is used, capital T is used for the tall trait and small t is used for the dwarf trait, and capital T and the small t, they are the alleles of each other। Hence in plants the pair of alleles were for height केड़े केड़े हो गए alleles, capital T small t ते ek वाला capital T and small t, these are the alleles for height। ये तीन हो गए। Mendel जड़ा सी it also proposed that in a true breeding tall or dwarf pea variety the allelic pair of genes for height are identical or homologous। tall दे लई ये हो गया आइडेंटिकल है, और इसी तरह ही डवार्फ जड़ा है ਉਹਦੇ ਲਈ ਇਹ alleles हो गए ये होमोलोगस हैगी है, यानी कि ये आइडेंटिकल हैगी है। तो स्टूडेंट्स हुन जीनोटाइप की हैगा या कैपिटल टीटी एंड स्मॉल टीटी जड़े हैगे ये वाले हैगे, दीज आर नोन एज जीनोटाइप्स ऑफ अ प्लांट। जीनोटाइप मींस जेनेटिक कॉन्स्टिट्यूशन ऑफ एन इंडिविजुअल ऑर्गेनिज्म। ते फिनोटाइप की हैगा या tall and dwarf। tall and dwarf term ਜਿਹੜੀਆਂ ਆ they are phenotype of a plant, ਇਹਨਾਂ ਨੂੰ ਅਸੀਂ phenotype ਕਵਾਂਗੇ, ਠੀਕ ਹੈ। ਜਿਹੜੇ terms they used for the set of characters, observable characters of an individual, ਜਿਹੜੇ characters ਅਸੀਂ observe ਕਰ ਸਕਦੇ ਹਾਂ। ਸੋ ਇਹ tall और dwarf ਹੈਗੀ ਹੈ, ਇਹ ਵਾਲੇ ਕੀ ਹੈ phenotype ਹੈਗੇ plant ਦੇ, ਤੇ ਇਹ ਵਾਲੇ ਜਿਹੜੇ ਹੈਗੇ ਆ ਦੇ genetic constitution of a plant is known as
जीनोटाइप। सो स्टूडेंट्स ये जीनोटाइप एंड फिनोटाइप दो टर्म्स हो गई। हुण मेंडल जिहड़ा सीगा ही फाउंड दैट इन F1 जनरेशन हेट्रोजाइगोट कैपिटल T एंड स्मॉल t इज एग्जैक्टली लाइक द TT पेरेंट इन अपीयरेंस। हुण देखो F1 जनरेशन हैगा आ ਉਹਦੇ ਵਿੱਚ ਇਹ वाले आए और ये हेट्रोजाइगोट हैगे है और ये पर कैपिटल T जिहड़ा हैगा या वो डोमीनेंट करैक्टर हैगा, स्मॉल t इज रिसेसिव है। इस करके डोमीनेंट होने करके ये जिहड़े सारे प्लांट जिहड़े हाइब्रिड्स बने हैगे आ वो की हैगे आ अपीयरेंस दे विच की हैगे आ, दे आर टॉल। सो ही प्रपोज दैट इन अ पेयर ऑफ डिसिमिलर फैक्टर्स, in a pair of dissimilar factors, one jada हैगा it is dominates over the other and is called as and hence called as dominant factor, while the other factor is known as recessive factor. In this case jada capital T हैगा या for tallness is dominant over small t, for dwarfness that is recessive. ਹੁਣ students ਅਸੀਂ ਕਿਉਂ what is the use of capital and lower case of an alphabetical symbols? ਅਸੀਂ ਜਿਹੜੀ alphabetical symbols ਲਈ ਨਾ ਵਿੱਚ capital ਔਰ ਜਿਹੜੇ ਅਸੀਂ lower case letters ਹੈ small letters ਹੈਗੇ ਆ ਉਹਨਾਂ ਦਾ ਕੀ use ਹੈ, ਕਿਉਂ ਅਸੀਂ ਇਹ ਲਏ ਹੈਗੇ ਆ, ਕਿਉਂ? Because it is convenient or easy to use capital and lower case of an alphabetical symbol to remember the concept of dominance and recessiveness. Dominant और डोमीनेंस और रिसेसिवनेस ਦੇ ਕਨਸੈਪਟ ਨੂੰ ਜਿਹੜਾ ਯਾਦ ਕਰਨ ਦੇ ਲਈ, ਰਿਮੈਂਬਰ ਕਰਨ ਦੇ ਲਈ ਜਿਹੜਾ ਹੈਗਾ ਆ ਕਿ ਇਹ ਬਹੁਤ ਕਨਵੀਨੀਅੰਟ ਔਰ ਈਜ਼ੀ ਹੈਗਾ ਆ ਕਿ ਅਸੀਂ ਜਿਹੜੇ ਹੈਗੇ ਆ ਡੋਮੀਨੈਂਟ ਕਰੈਕਟਰ ਨੂੰ ਸ਼ੋ ਕਰਨ ਦੇ ਲਈ ਕੈਪੀਟਲ ਲੈਟਰ ਯੂਜ਼ ਕਰੀਏ ਔਰ ਰਿਸੈਸਿਵ ਜਿਹੜਾ ਹੈਗਾ ਆ ਉਹਨੂੰ ਸ਼ੋ ਕਰਨ ਦੇ ਲਈ ਅਸੀਂ ਸਮਾਲ ਲੈਟਰ ਯੂਜ਼ ਕਰੀਏ। ਕਦੀ ਵੀ ਸਟੂਡੈਂਟਸ ਟਾਲ ਦੇ ਲਈ ਕੈਪੀਟਲ T ਐਂਡ ਡਵਾਰਫ ਦੇ ਲਈ D ਜਿਹੜਾ ਹੈਗਾ ਆ ਟਾਲਨੈਸ ਲਈ T और ਡਵਾਰਫ ਦੇ ਲਈ B ਜਿਹੜਾ ਲੈਟਰ ਹੈਗਾ ਆ ਉਹ ਕਦੀ ਵੀ ਯੂਜ਼ ਨਹੀਂ ਕਰਨਾ। ਕਿਉਂ? ਬਿਕੋਜ਼ ਯੂ ਵਿਲ ਫਾਈਂਡ ਇਟ ਡਿਫਿਕਲਟ ਟੂ ਰਿਮੈਂਬਰ ਵੈਦਰ ਜਿਹੜਾ T ਹੈਗਾ ਆ ਐਂਡ D ਜਿਹੜਾ ਸਮਾਲ ਆ ਦੇ ਆਰ ਅਲੀਲਸ ਆਫ ਸੇਮ ਜੀਨ ਔਰ ਕਰੈਕਟਰ ਔਰ ਨੋਟ। ਜੇ ਅਸੀਂ ਸੇਮ ਹੀ ਐਲਫਾਬੈਟ ਦੇ ਕੈਪੀਟਲ ਐਂਡ ਲੋਅਰ ਕੇਸ ਲੈਟਰਸ ਜਿਹੜੇ ਹੈਗੇ ਉਹ ਯੂਜ਼ ਕਰਾਂਗੇ ਤੇ ਸਾਡੇ खुद दे लिए रिमेंबर करना जिहड़ा हैगा या याद रखना सौखा हो जाएगा कि असी एक जीन एक करैक्टर जिहड़ा ओहदी गल कर लए हैगे आ। हुण स्टूडेंट्स जिहड़े अलील्स हैगे आ दे कैन बी सिमिलर एज इन केस ऑफ होमोजाइगोट्स। ये होमोजाइगोट्स है, इन्हां दे विच जिहड़े अलील्स हैगे आ तुसीं देखो ये सिमिलर हैगे आ एंड कैन बी डिसिमिलर इन केस ऑफ हेट्रोजाइगोट। ये देखो ये हेट्रोजाइगोट है, ਇਹਦੇ ਵਿੱਚ ਅਲੀਲਸ ਡਿਸਿਮਿਲਰ ਹੈ, ਇੱਕ ਕੈਪੀਟਲ T ਐਂਡ ਸਮਾਲ t, these are heterozygote। ਇਹਦੇ ਵਿੱਚ ਅਲੀਲਸ ਡਿਫਰੈਂਟ ਡਿਸਿਮਿਲਰ ਹੈਗੇ ਆ ਔਰ ਇਹ ਹੋਮੋਜ਼ਾਈਗੋਟਸ ਦੇ ਵਿੱਚ ਤੁਸੀਂ ਦੇਖੋ ਅਲੀਲਸ ਜਿਹੜੇ ਹੈਗੇ ਉਹ ਸਿਮਿਲਰ ਹੈਗੇ ਆ। ਨਾਓ ਇਨ ਦਿਸ ਕ੍ਰਾਸ ਵਨ ਕਰੈਕਟਰ ਹਾਈਟ ਇਜ਼ ਟੇਕਨ। ਹੁਣ ਇਹ ਜਿਹੜਾ ਸੀ ਇਹ ਸਾਰਾ ਕ੍ਰਾਸ ਇਹ ਅਸੀਂ ਡਿਸਕਸ ਕੀਤਾ ਆ, ਇਹਦੇ ਵਿੱਚ ਤੁਸੀਂ ਦੇਖੋ ਕਿ ਇੱਕ ਹੀ ਕਰੈਕਟਰ ਹਾਈਟ ਲਿਆ ਗਿਆ ਹੈਗਾ ਆ। इस करके इस क्रॉस ਨੂੰ ਅਸੀਂ मोनो हाइब्रिड क्रॉस कहते हैं, क्रॉस बिटवीन टॉल एंड डवार्फ प्लांट्स। टॉल एंड डवार्फ की हैगी है ये हाइट है हैगी है। सो स्टूडेंट्स ये ਜਿਹੜਾ ਸੀਗਾ ਅਸੀਂ ਇਹਨੂੰ ਕੰਪਲੀਟ ਲॉ ਆਫ ਕੰਪਲੀਟ ਡੋਮੀਨੈਂਸ ਵੀ ਕਹਿੰਦੇ ਆ ਕਿਉਂਕਿ ਇਹਦੇ ਵਿੱਚ ਕੋਈ ਵੀ ਬਲੈਂਡਿੰਗ ਨਹੀਂ, ਕੋਈ ਮਿਕਸਿੰਗ ਨਹੀਂ ਹੋਈ ਹੈ ਸ਼ੋ ਕਰੈਕਟਰ ਦੀ। ਸੋ ਸਟੂਡੈਂਟਸ ਇਹ ਜਿਹੜਾ ਹੈਗਾ ਆ ਪੁਨੇਟ ਸਕੁਅਰ ਦੇ ਨਾਲ ਇਹ ਸਾਰਾ ਜਿਹੜਾ ਮੋਨੋ ਹਾਈਬ੍ਰਿਡ ਕ੍ਰਾਸ ਹੈ ਸ਼ੋ ਕੀਤਾ ਗਿਆ ਹੈਗਾ ਆ। ਇਸ ਆਬਜ਼ਰਵੇਸ਼ਨ ਤੋਂ ਜਿਹੜਾ ਹੈਗਾ ਫਰੋਮ ਦਾ ਆਬਜ਼ਰਵੇਸ਼ਨ ਦੈਟ ਦਾ ਰਿਸੈਸਿਵ ਪੈਰੈਂਟਲ ਟ੍ਰੇਟ ਇਜ਼ ਐਕਸਪ੍ਰੈਸਡ ਵਿਦਆਊਟ ਐਨੀ ਬਲੈਂਡਿੰਗ ਇਨ F2 ਜਨਰੇਸ਼ਨ। F2 ਜਨਰੇਸ਼ਨ ਦੇ ਵਿੱਚ ਦੇਖੋ ਜਾਂ ਟਾਲ ਪਲਾਂਟ ਬਣਿਆ ਜਾਂ ਡਵਾਰਫ ਪਲਾਂਟ ਬਣੇ ਹੈਗੇ ਆ। ਤਿੰਨ ਟਾਲ ਬਣ ਗਏ, ਇੱਕ ਡਵਾਰਫ ਬਣ ਗਿਆ, ਕੋਈ ਵੀ ਬਲੈਂਡਿੰਗ ਨਹੀਂ ਹੋਈ, ਕੋਈ ਵੀ ਮਿਕਸਿੰਗ ਨਹੀਂ ਹੋਈ ਹੈ ਕਰੈਕਟਰ ਦੀ। We can say that when the tall and dwarf plant produces gametes by meiosis, ये tall and dwarf plants हैगे हैं, इन्हां ने by meiosis process gametes produce किते हैगे हैं and the alleles of the parental pair segregate or separate from each other and only one allele, एक ही allele जिहड़ा हैगा वो gamete विच
ट्रांसफर होया है। दिस सेग्रीगेशन ऑफ अलील्स इज अ रैंडम प्रोसेस, सो देयर इज 50% चांस ऑफ अ गैमीट कंटेनिंग आइदर अलील। ये देखो हुन स्टूडेंट मियोसिस प्रोसेस दे नाल पेरेंट्स तो गैमीट्स बने हैं, 50% चांस हैगा या कि जेडे गैमीट्स हैगे आ दे कंटेन आइदर अलील, कोई एक अलील जेड़ा हैगा वो गैमीट्स कंटेन करनगे। इन दिस वे द गैमीट ऑफ द टॉल प्लांट्स हैव द अलील टी। ये टॉल प्लांट दे गैमीट्स हैगे इन्हां दे विच अलील जेड़ा हैगा वो कैपिटल टी हैगा या, ते ड्वार्फ प्लांट दे जेडे गैमीट्स बने आ उन्हां दे विच अलील केड़ा हैगा स्मॉल टी। फिर ड्यूरिंग फर्टिलाइजेशन की होएगा कि ये जेडे दो अलील्स हैगे आ, एक जेड़ा हैगा या फ्रॉम वन पेरेंट थ्रू द पोलन एंड दिस फ्रॉम द अदर पेरेंट थ्रू द एग, वो आपस दे विच यूनाइट होके फ्यूज होके जाइगोट बनाउणगे। ते जाइगोट जेड़ा हैगा ओदे विच एक अलील जेड़ा आ वो एक पेरेंट दा होएगा ते एक अलील जेड़ा आ वो दूसरे पेरेंट दा होएगा। इज इन अदर वर्ड्स जेड़ा ये हाइब्रिड बनया हैगा या कैपिटल टी एंड स्मॉल टी, इस हाइब्रिड जेड़ा हैगा या कंटेन अलील्स विच एक्सप्रेस कंट्रास्टिंग ट्रेट्स। ते ये जेडे प्लांट्स इस तरह दे बने दे आर हेट्रोजाइगोट। ये प्लांट्स की हैगे आ दे आर हेट्रोजाइगोट। हुन स्टूडेंट्स द प्रोडक्शन ऑफ गैमीट्स बाय द पेरेंट्स, पेरेंट्स ने गैमीट्स बनाए है, गैमीट्स आपस विच फ्यूज होके जाइगोट बनिया ते F1 एंड F2 प्लांट्स बने। इस सारे तो जेड़ा हैगा या कैन बी अंडरस्टूड फ्रॉम अ डायग्राम। इस डायग्राम तो सारा जेड़ा वो पता लग गया कि हाँ पेरेंट्स उन्होंने गैमीट्स बनाए, गैमीट्स तो अगे फ्यूज होके हाइब्रिड्स बने, F1 F2 जनरेशन दे प्लांट्स बने हैगे आ। ये सारा की हैगा या दिस इज पुन्नेट स्केयर एंड इट इज डेवलप्ड बाय अ ब्रिटिश जेनेटिस्ट नोन एज R.C. पुन्नेट ने। एंड ए पुन्नेट स्केयर की है, इट इज ग्राफिकल रिप्रेजेंटेशन टू कैलकुलेट द probability of all possible genotypes of offsprings in a genetic cross. The possible gametes जेडे हैगे आ, एक gametes है, they are written on two sides of the Punnett scale, top row and left side columns ते एक gametes लिखे जाते हैं। ते all combinations possible combinations जेडियां gametes दे fusion नाल जेडियां भी combinations बनियां they are written in the boxes. The Punnett scale जेड़ा हैगा shows the parental top tall, जेड़ा parental tall हैगा या it is male plant and जेड़ा dwarf हैगा या this is female plants। ते gametes दोनों मेल एंड फीमेल प्लांट्स ने प्रोड्यूस किते ते वो gametes जेडे आपस विच फ्यूज होके F1 प्रोजेनी बनी हैगी है। F1 प्लांट्स ऑफ जीनोटाइप केड़ा बनिया, ए वाला कैपिटल टी एंड स्मॉल टी। ए जीनोटाइप वाले प्लांट्स F1 प्रोजेनी दे विच बने, फिर वो आपस दे विच फिर F1 प्रोजेनी वाले जेडे जीनोटाइप वाले प्लांट्स आ दे आर सेल्फ पॉलिनेटेड। ते फिर जेडे हैगे आ F1 प्लांट्स ऑफ जीनोटाइप कैपिटल टी एंड स्मॉल टी, जदों उन्हां नूं फिर सेल्फ पॉलिनेटेड किया गया हैगा या तां पोलन ग्रेन्स ऑफ जीनोटाइप कैपिटल टी हैव 50% चांस टू पॉलिनेट एग्स ऑफ जीनोटाइप कैपिटल टी as well as have 50% chance to pollinate the eggs of genotype small t। ते ये जेडी हैगी है एज ए रिजल्ट ऑफ दिस रैंडम फर्टिलाइजेशन जेडे जाइगोट्स बनणगे उन्हां दे केड़े-केड़े जीनोटाइप होणगे, ए वाले कैपिटल टी एंड स्मॉल टी एंड स्मॉल टी। ये इस तरह दे जेडे F2 दे विच जेडे जीनोटाइप वाले प्लांट्स बनणगे ते पुन्नेट स्केयर तो ये सानू आसानी दे नाल रैंडम फर्टिलाइजेशन तो ये असी आसानी दे नाल देख सकते हैं कि जेडे 1/4 ये 4 बनिया प्लांट्स उन्हां दे विचों एक प्लांट जेड़ा है ओदी जीनोटाइप की हैगा या कैपिटल टी। 2 प्लांट्स जेड़े आ वो जीनोटाइप वाले केड़े बने कैपिटल टी एंड स्मॉल टी एंड एक प्लांट जेड़ा बनिया वो स्मॉल टी। सो F1 जेड़ी आ ओदे विच जीनोटाइप केड़े सी चारां दे कैपिटल टी एंड स्मॉल टी, ठीक है। और ये करैक्टर जे फिनोटिपिक करैक्टर कहांगे तां असीं ये टॉल करैक्टर हैगा। ते F2 दे विच की हो गया कि जे जीनोटाइप असीं देखिए तां की बनेगा स्टूडेंट्स 1:2:1
एक कैपिटल टी टी दो जड़े आ कैपिटल टी स्मॉल टी एंड एक जड़ा है स्मॉल टी टी बनया। पर जे असीं इन्हां दी फिनोटिपिक रेशो देखिए तो 3:1 बनेगी, यानी कि ये तीन जड़े आ टॉल है ते एक डवार्फ है, क्योंकि ये दोनों विच तुसीं देखो कि ये डोमीनेंट करैक्टर हैगा आ, ये वाला रिसेसिव है, इसलिए ये भी दोनों की है टॉल प्लांट्स है। तां जिहड़ी फिनोटिपिक रेशो की बनी है 3:1। एक्सटर्नली तो पॉसीबल नहीं हैगा इन्हां नूं डिस्टिंग्विश करना कि ये प्लांट्स जिहड़े हैगे आ वो देखण नूं टॉल ही हैगी आ, पर इन्हां दी जे असीं जीनोटाइपिक रेशो करिए तो 1:2:1 जिहड़ी हैगी है वो बनदी हैगी आ। सो स्टूडेंट्स आई होप तुहानूं ये जिहड़ा लैक्चर हैगा आ ये क्लीयर हो गया होएगा। असीं अज डिस्कस किया इनहैरिटेंस ऑफ वन जीन, असीं एक करैक्टर हाइट लैके सारा इनहैरिटेंस ऑफ वन जीन डिस्कस किया। सो दिस इज मोनो हाइब्रिड क्रॉस और एक पुन्नेट स्केयर दे नाल सारा डिस्कस किया गया हैगा। सो दिस इज फिनोटिपिक रेशो 3:1 ते जीनोटिपिक रेशो की बनती है 1:2:1। थैंक यू स्टूडेंट्स।